ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਖਾਲਸਾ ਜੀ ਸਾਹਿਬਾਂ ਦੀ ਦਿੱਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਵਸ ਵੀ ਹੈ। ਹਰ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਵੀ ਕੋਈ ਸਿੱਖ ਵਸਦਾ ਹੈ, ਸਿੱਖ ਦਾ ਰਿਸ਼ਤਾ ਅਕਾਲ ਪੁਰਖ ਨਾਲ ਜੋੜਨ ਲਈ ਅਕਾਲ ਪੁਰਖ ਨੇ ਆਪ ਕਿਰਪਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਾਹੀਂ ਉਹ ਸਿਲਸਿਲਾ ਸ਼ੁਰੂ ਹੋਇਆ ਔਰ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਸਾਹਮਣੇ ਆਇਆ। ਹੁਣ ਬੜਾ ਛੋਟਾ ਜਿਹਾ ਇੱਕ ਸਵਾਲ ਕਈ ਵਾਰੀ ਹੋ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਬੜੀਆਂ ਕਿਤਾਬਾਂ ਹਨ, ਤੋਰੇਤ ਹੈ, ਜੰਬੂਰ ਹੈ, ਅੰਜੀਲ ਹੈ, ਕੁਰਾਨ ਹੈ, ਕਈ ਧਰਮ ਗ੍ਰੰਥ ਹਨ, ਗੀਤਾ ਹੈ, ਮਹਾਭਾਰਤ ਹੈ, ਤਾਂ ਪਰ ਇਹ ਕੀ ਗੱਲ ਹੈ ਕਿ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਰਕੇ ਮੰਨਿਆ ਗਿਆ। ਇੱਕ ਸਵਾਲ ਬੜਾ ਛੋਟਾ ਜਿਹਾ ਹੈ ਔਰ ਇਸ ਦੇ ਉੱਤੇ ਕਈ ਵਾਰ ਬੜੇ ਭੁਲੇਖੇ ਵੀ ਪਾ ਦਿੱਤੇ ਜਾਂਦੇ ਹਨ। ਸੋ ਇਹ ਅਸਲ ਵਿੱਚ ਇੱਕ ਅਧਿਆਤਮਕਵਾਦ ਦਾ, ਰਹੱਸਵਾਦ ਦਾ, ਮਿਸਟਿਸਿਜ਼ਮ ਦਾ ਵੀ ਵਿਸ਼ਾ ਹੈ। ਮਿਸਟਿਸਿਜ਼ਮ ਜਿਹੜਾ ਹੈ ਉਹ ਦਲੀਲ ਨਹੀਂ, ਤਰਕਦਾਨ ਨਹੀਂ ਅਸੀਂ ਮੰਗਦੇ। ਅਸੀਂ ਤਰਕਦਾਨ ਨਹੀਂ ਮੰਗਦੇ, ਅਸੀਂ ਵਿਸਾਹਦਾਨ, ਭਰੋਸਾਦਾਨ ਮੰਗਦੇ ਹਾਂ। ਵਿਸ਼ਵਾਸ, ਭਰੋਸਾ, ਅਕੀਦਾ ਜਦੋਂ ਅਸੀਂ ਸਿਜਦਾ ਕਰਦੇ ਹਾਂ ਤਾਂ ਕੀ ਕੇਵਲ ਅਸੀਂ ਇਸ ਨੂੰ ਇੱਕ ਗ੍ਰੰਥ ਕਰਕੇ ਮੱਥਾ ਟੇਕ ਦਿੰਦੇ ਹਾਂ? ਕੀ ਖਾਲੀ ਇਸ ਨੂੰ ਮੱਥਾ ਟੇਕ ਕੇ ਸਾਡਾ ਕੰਮ ਪੂਰਾ ਹੋ ਗਿਆ, ਸਿਰ ਝੁਕਾਉਣ ਨਾਲ ਪੂਰਾ ਹੋ ਗਿਆ? ਹੁਣ ਇਹ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚ ਵਿਲੱਖਣ ਹੈ? ਬੜੀ ਵਾਰੀ ਕਹਿ ਦਿੰਦੇ ਆ ਔਰ ਕਈਆਂ ਨੇ ਲਿਖਿਆ ਵੀ ਹੈ, ਕਈ ਵਿਰੋਧੀ ਤਾਕਤਾਂ ਲਿਖ ਦਿੰਦੀਆਂ ਹਨ ਕਿ ਇਹ ਮੂਰਤੀ ਹੈ। ਜਿਵੇਂ ਮੂਰਤੀ ਦੀ ਪੂਜਾ ਕਰਦੇ ਇਦਾਂ ਮੂਰਤੀ ਦੀ ਪੂਜਾ ਹੋ ਗਈ। ਸੋ ਇਹ ਜਿਹੜੇ ਦੋ ਤਿੰਨ ਸਵਾਲ ਹਨ ਕਿ ਕੀ ਇਹ ਮੂਰਤੀ ਹੈ, ਕੀ ਇਹ ਗੁਰੂ ਕਿਸ ਤਰ੍ਹਾਂ ਹੈ, ਇਸ ਦੇ ਬਾਰੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਪ੍ਰਯਾਸ ਕਰਾਂਗਾ, ਕੋਸ਼ਿਸ਼ ਕਰਾਂਗਾ ਔਰ ਉਸ ਭਾਵਨਾ ਦੇ ਨਾਲ ਜਿਹੜਾ ਹੈ ਉਹ ਆਪ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਨੀ। ਸਭ ਤੋਂ ਪਹਿਲੇ ਤਾਂ ਜਿਹੜਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਣਾ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਗਵਾਹੀ ਦਿੱਤੀ ਗਈ ਹੈ। ਕਦੀ ਉਹਨਾਂ ਜਿਹੜੇ ਸ਼ਬਦ ਹਨ ਉਹਨਾਂ ਨੂੰ ਵਿਚਾਰੀਏ। ਉਸ ਦੇ ਵਿੱਚ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ, ਨਾਨਕ ਕਹਿੰਦੇ ਹਨ ਕਿ ਲਹਿਣੇ ਅੰਗਦ ਸੰਗ ਹੋਏ, ਨਾਨਕ ਕੁਲ ਨਿਮਲ ਅਵਤਰਿਓ, ਲਹਿਣੇ ਅੰਗਦ ਸੰਗ ਹੋਏ। ਨਾਨਕ ਦੀ ਕੁਲ ਦੇ ਵਿੱਚ ਅੰਗਦ ਜਿਹੜਾ ਹੈ ਉਹਨਾਂ ਦਾ ਜਨਮ ਹੋਇਆ। ਹੁਣ ਦੁਨਿਆਵੀ ਤੌਰ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੀ ਕੁਲ ਵੱਖਰੀ ਹੈ। ਦੁਨਿਆਵੀ ਤੌਰ ਦੇ ਉੱਤੇ ਉਹ ਬੇਦੀ ਹਨ। ਬਾਬਾ ਲਹਿਣਾ ਜੀ ਜਿਹੜੇ ਹਨ ਉਹਨਾਂ ਦੀ ਕੁਲ ਵੱਖਰੀ ਹੈ, ਉਹ ਤ੍ਰਿਹਣ ਹਨ। ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਹਨ, ਨਾਨਕ ਕੁਲ ਨਿਮਲ ਅਵਤਰਿਓ, ਲਹਿਣੇ ਅੰਗਦ ਸੰਗ ਹੋਏ। ਨਾਨਕ ਦੀ ਕੁਲ ਦੇ ਵਿੱਚ ਗੁਰੂ ਅੰਗਦ ਦੇਵ ਜੀ ਆਏ ਹਨ। ਇਹਦਾ ਮਤਲਬ ਜਿਹੜੀ ਕੁਲ ਹੈ, ਜਿਹੜੀ ਜਾਤੀ ਹੈ, ਉਹ ਕੁਝ ਹੋਰ ਹੈ, ਦੁਨਿਆਵੀ ਨਹੀਂ ਹੈ। ਹੁਣ ਅਕਾਲ ਪੁਰਖ ਨੇ ਜਦੋਂ ਬਖਸ਼ਿਸ਼ ਕੀਤੀ ਤਾਂ ਉਸ ਦੇ ਵਿੱਚ ਹੋਇਆ, ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ। ਆਪ ਨਾਰਾਇਣ, ਆਪ ਅਕਾਲ ਪੁਰਖ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਵਿੱਚ ਅਵਤਾਰ ਧਾਰਿਆ, ਨਿਰੰਕਾਰ ਦਾ ਰੂਪ ਹੈ। ਹੁਣ ਇੱਥੋਂ ਮੈਂ ਜਿਹੜੀ ਗੱਲ ਸ਼ੁਰੂ ਕਰਨੀ ਚਾਹਾਂਗਾ ਕਿ ਬਾਣੀ ਸਾਡਾ ਗੁਰੂ ਹੈ, ਸ਼ਬਦ ਗੁਰੂ ਹੈ, ਪਰ ਇਸ ਦੀ ਆਰੰਭਤਾ ਕਿੱਥੋਂ ਹੁੰਦੀ ਹੈ? ਸ਼ਾਸਤਰਾਂ ਦੇ ਵਿੱਚ ਜਿਹੜੇ ਸਾਡਾ ਪੁਰਾਣੇ ਜਿੰਨੀਆਂ ਇਹ ਪੁਰਾਤਨ ਪਰੰਪਰਾ ਹੈ ਉਹਦੇ ਵਿੱਚ 4 ਕਿਸਮ ਦੀਆਂ ਬਾਣੀਆਂ ਹਨ। ਬਾਣੀ ਦੇ 4 ਰੂਪ ਦੱਸੇ ਗਏ ਹਨ। ਜਿਹੜੀ ਬਾਣੀ ਦਾ ਹੁਣੇ ਕੀਰਤਨ ਕੀਤਾ ਜਾ ਰਿਹਾ, ਜਿਹੜਾ ਅਸੀਂ ਪੜ੍ਹਦੇ ਹਾਂ, ਜਿਹੜਾ ਅਸੀਂ ਸੁਣਦੇ ਹਾਂ,
ਉਹ ਬੈਖਰੀ ਬਾਣੀ ਹੈ, ਅੱਖਰਾਂ ਦੇ ਰੂਪ ਵਿੱਚ ਆਈ ਹੋਈ ਬਾਣੀ ਹੈ। ਪਰ ਅੱਖਰਾਂ ਦੇ ਰੂਪ ਵਿੱਚ ਬਾਣੀ ਬਾਅਦ ਵਿੱਚ ਆਉਂਦੀ ਹੈ। ਇਸ ਤੋਂ ਪਹਿਲੇ ਉਹ ਸ਼ੁਰੂਆਤ ਕਿੱਥੋਂ ਹੁੰਦੀ ਹੈ? ਜਿਹੜੀ ਹੁਣੇ ਗੱਲ ਕੀਤੀ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤ ਰੂਪ ਸੀ ਅਕਾਲ ਪੁਰਖ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇਹ ਅਕਾਲ ਪੁਰਖ ਦੀ ਜੋਤ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਰਾਹੀਂ ਪ੍ਰਗਟ ਹੋਈ। ਹੁਣ ਇਹ ਕਿਹੜੀ ਚੀਜ਼ ਹੈ? ਇਹ ਰਹੱਸ ਕੀ ਹੈ? ਦਰਅਸਲ ਕੋਈ ਵੀ ਜਿਹੜਾ ਤੁਸੀਂ ਕੰਮ ਕਰਨਾ, ਵੱਡੇ ਤੋਂ ਵੱਡਾ ਪ੍ਰੋਜੈਕਟ ਲੈਣਾ, ਉਹਦਾ ਪਹਿਲਾ ਇੱਕ ਖਾਕਾ ਨਹੀਂ ਹੁੰਦਾ। ਜਿਵੇਂ ਕਿਸੇ ਨੇ ਕੋਈ ਅਗਰ ਬ੍ਰਿਜ ਬਣਾਉਣਾ ਹੈ, ਕੁਝ ਹੋਰ ਕੰਮ ਕਰਨਾ ਹੈ, ਰਾਕਟ ਬਣਾਉਣਾ ਹੈ, ਕੋਈ ਚੀਜ਼ ਵੀ ਬਣਾਉਣੀ ਹੈ, ਉਹ ਪਹਿਲਾਂ ਅੱਖਰਾਂ ਦੇ ਰੂਪ ਵਿੱਚ ਨਹੀਂ ਆਉਂਦੀ। ਉਸ ਤੋਂ ਪਹਿਲੇ ਉਹ ਰੂਪ ਹੁੰਦਾ ਹੈ ਪਰਾ ਰੂਪ ਵਿੱਚ, ਜਿਸ ਦੀ ਕੋਈ ਸ਼ਬਦਾਵਲੀ ਨਹੀਂ ਹੁੰਦੀ, ਜਿਸ ਦੇ ਕੋਈ ਅੱਖਰ ਨਹੀਂ ਹੁੰਦੇ, ਜਿਹਦੀ ਕੋਈ ਲਿਪੀ ਨਹੀਂ ਹੁੰਦੀ, ਜਿਹਦੀ ਕੋਈ ਵਰਣਮਾਲਾ ਨਹੀਂ ਹੁੰਦੀ, ਉਹ ਪਰਾ ਰੂਪ ਵਿੱਚ ਹੈ। ਪਰੰਪਰਾ ਕਹਿੰਦੀ ਹੈ ਕਿ ਉਹ ਜਿਹੜੀ ਪਰਾ ਰੂਪ ਵਿੱਚ ਹੈ, ਉਹ ਇਨਸਾਨ ਦੇ ਧੁਨੀ ਦੇ ਥੱਲੇ ਜਿਹੜਾ ਚੱਕਰ ਹੈ ਉਹਦੇ ਵਿੱਚੋਂ ਪ੍ਰਗਟ ਹੁੰਦੀ ਹੈ। ਕਈ ਵਾਰੀ ਬੰਦੇ ਨੂੰ ਘਲਿਆਈ ਪੈਂਦੀ ਹੈ, ਕੁਝ ਖਿਆਲ ਉਪਜਦੇ ਹੈ, ਉਹ ਪਤਾ ਨਹੀਂ ਲੱਗਦਾ ਕੀ ਹੋ ਰਿਹਾ, ਪਰ ਉਹ ਹੈ। ਹੁਣ ਗੁਰਬਾਣੀ ਗਵਾਹੀ ਦੇ ਰਹੀ ਹੈ ਕਿ ਅਕਾਲ ਪੁਰਖ ਨੇ ਪਰਾ ਰੂਪ ਵਿੱਚ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਗੁਰੂ ਸਰੀਰ ਦੇ ਵਿੱਚ ਆਇਆ। ਪਰਾ ਰੂਪ ਤੋਂ ਅਗਲਾ ਰੂਪ ਹੁੰਦਾ ਹੈ ਪਸ਼ਯੰਤੀ, ਜਿਸ ਦਾ ਹਿਰਦੇ ਦੇ ਕੋਲ ਆ ਕੇ ਉਹ ਵਾਵਰੋਲਾ ਹੁੰਦਾ ਹੈ, ਉਹ ਤਿਆਰ ਹੁੰਦਾ ਹੈ, ਉਹਦਾ ਕੋਈ ਖਾਕਾ ਬਣਦਾ ਹੈ। ਪਰਾ ਤੋਂ ਪਸ਼ਯੰਤੀ ਹੋਈ, ਉਹਦੇ ਬਾਅਦ ਇੱਕ ਹੋਰ ਰੂਪ ਹੁੰਦਾ ਹੈ ਜਿਹਨੂੰ ਮਧਮਾ ਕਿਹਾ ਜਾਂਦਾ ਹੈ। ਮਧਮਾ ਜਿਹੜਾ ਹੈ ਕੰਠ ਦੇ ਉੱਤੇ ਹੁੰਦੀ ਹੈ। ਤੁਸੀਂ ਕਈ ਵਾਰ ਦੇਖੋਗੇ ਬੰਦਾ ਸੋਚਦਾ ਹੈ, ਉਹ ਅੱਖਰ ਨਹੀਂ ਮਿਲ ਰਹੇ, ਲਫ਼ਜ਼ ਨਹੀਂ ਮਿਲ ਰਹੇ, ਬੰਦਾ ਕਹਿੰਦਾ ਮੈਂ ਕਹਿਣਾ ਚਾਹ ਰਿਹਾ, ਅੱਖਰ ਨਹੀਂ ਮਿਲ ਰਹੇ। ਉਸ ਤੋਂ ਬਾਅਦ ਫਿਰ ਜਦੋਂ ਉਹ ਮੂੰਹ ਰੂਪ ਵਿੱਚ ਆ ਕੇ, ਮੂੰਹ ਦੇ ਵਿੱਚ ਆ ਕੇ ਬਾਹਰ ਨਿਕਲਦੇ ਹਨ, ਉਹਨੂੰ ਬੈਖਰੀ ਕਹਿੰਦੇ। ਹੁਣ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹਨਾਂ ਨੂੰ ਥੋੜਾ ਜਿਹਾ ਆਸਾਨ ਤਰੀਕੇ ਨਾਲ ਸਮਝੀਏ ਤਾਂ ਜਿਹੜਾ ਨਿਰੰਕਾਰ ਸੀ, ਨਿਰੰਕਾਰ ਨੇ ਪਰਾ ਰੂਪ ਵਿੱਚ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੀਰ ਵੀ ਗੁਰੂ ਸੀ, ਉਸ ਗੁਰੂ ਸਰੀਰ ਦੇ ਵਿੱਚ ਪਰਾ ਰੂਪ ਵਿੱਚ ਹੋ ਕੇ ਆਏ। ਪਸ਼ੰਤੀ, ਮਧਮਾ ਔਰ ਬੈਖਰੀ ਰੂਪ ਵਿੱਚ ਆ ਕੇ ਉਹ ਪ੍ਰਗਟ ਹੋਏ। ਇਹ ਤਾਂ ਹੀ ਕਰਕੇ ਕਿਹਾ ਜਿਹੜਾ ਅੱਖਰ ਹੈ ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਇਹ ਜਿਹੜੀ ਬਾਣੀ ਹੈ ਇਹ ਨਿਰੰਕਾਰ ਹੈ। ਹੁਣ ਅਗਲੀ ਜਿਹੜੀ ਹੈਗੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਜਿਹੜੇ ਅੱਖਰ ਸਨ, ਉਹ ਜਿਹੜੀ ਬਾਣੀ ਸੀ, ਜਿਹੜੀ ਨਿਰੰਕਾਰ ਰੂਪ ਸੀ, ਉਹਨੂੰ ਕੀ ਕੀਤਾ? ਇੱਕ ਤੁਸੀਂ ਦੇਖਿਆ ਹੋਣਾ, ਇੱਕ ਪੰਛੀ ਹੁੰਦਾ ਹੈ, ਇੱਕ ਉਹਦੇ ਬੋਟ ਹੁੰਦੇ ਆ, ਛੋਟੇ ਬੱਚੇ ਹੁੰਦੇ ਆ, ਅਜੇ ਕੁਝ ਵੀ ਨਹੀਂ ਕਰ ਸਕਦੇ, ਕੋਈ ਉਹਨਾਂ ਕੋਲ ਸਾਧਨ ਨਹੀਂ ਹੁੰਦਾ, ਪਰ ਉਹ ਪੰਛੀ ਜਿਹੜਾ ਹੈ ਆਪਣੇ ਮੂੰਹ ਚੋਂ ਚੋਗਾ ਲਿਆ ਕੇ ਉਹ ਪੰਛੀ ਦੇ ਆਪਣੇ ਬੋਟ ਦੇ ਬੱਚਿਆਂ ਦੇ ਮੂੰਹ 'ਚ ਪਾਉਂਦਾ। ਹੁਣ ਇਹ ਜਿਹੜੀ ਚੀਜ਼ ਹੈਗੀ ਹੈ, ਇਸ ਨੂੰ ਬਾਅਦ ਵਿੱਚ ਸ਼ਾਸਤਰਾਂ ਨੇ ਇਹਨੂੰ ਉਚਿਸ਼ਟ ਭੋਜਨ ਕਿਹਾ। ਯਾਨੀ ਮਹਾਤਮਾ ਆਪਣਾ ਭੋਜਨ ਖਾਧਾ ਹੋਇਆ ਉਹ ਆਪਣੇ ਬੱਚਿਆਂ ਦੇ ਮੂੰਹ ਨੂੰ ਦਿੰਦੇ, ਆਪਣੇ ਚੇਲਿਆਂ ਦੇ ਮੂੰਹ ਨੂੰ ਦਿੰਦੇ ਹੈ। ਇਸ ਨੂੰ ਸੀਤ ਪ੍ਰਸ਼ਾਦ ਕਿਹਾ ਗਿਆ, ਜਿਹੜਾ ਮਹਾਤਮਾ ਨੇ ਮੂੰਹ ਚੋਂ ਕੱਢ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਪਾਇਆ। ਹੁਣ ਇੱਥੇ ਗੁਰੂ ਸਾਹਿਬ ਨੇ ਬੜਾ ਕਮਾਲ ਦਾ ਹਵਾਲਾ ਦਿੱਤਾ, ਇੱਕ ਪੰਛੀ ਦਾ ਹਵਾਲਾ ਦਿੱਤਾ ਹੈ, ਔਰ ਉਹ ਪੰਛੀ ਦਾ ਹਵਾਲਾ ਵੀ ਦਿੱਤਾ ਚਾਤ੍ਰਿਕ ਦਾ। ਇੱਕ ਚਾਤ੍ਰਿਕ ਪੰਛੀ ਹੈ, ਉਹ ਚਾਤ੍ਰਿਕ ਪੰਛੀ ਪਿਆਸਾ ਹੋਏਗਾ, ਮਰ ਜਾਏਗਾ, ਤੜਫੇਗਾ, ਕੁਰਲਾਵੇਗਾ, ਪਰ ਉਹ ਉਸ ਸਵਾਂਤ ਬੂੰਦ ਦੇ, ਬਾਰਿਸ਼ ਦੀ ਉਸ ਸਵਾਂਤ ਬੂੰਦ ਦੇ ਬਿਨਾਂ ਉਹ ਕਿਧਰੇ ਵੀ ਨਹੀਂ ਪਾਣੀ ਮੂੰਹ 'ਚ ਨਹੀਂ ਪਾਉਂਦਾ। ਹੁਣ ਇਹ ਬੜੀ ਕਮਾਲ ਦੀ ਗੱਲ ਹੈ ਕਿ ਗੁਰਸਿੱਖ ਨੂੰ ਗੁਰੂ ਸਾਹਿਬ ਨੇ ਚਾਤ੍ਰਿਕ ਦੀ ਤਰ੍ਹਾਂ ਦੱਸਿਆ ਹੈ, ਔਰ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਬਾਣੀ ਹੈ, ਇਹ ਜਿਹੜੀ ਬੈਖਰੀ ਬਾਣੀ, ਨਿਰੰਕਾਰ ਰੂਪੀ ਬਾਣੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਕੀਤਾ? ਉਹ ਕਹਿੰਦੇ ਹਰ ਹਰ ਬੂੰਦ ਭਏ ਹਰ ਸੁਆਮੀ। ਇਹ ਬੂੰਦ ਬਣ ਗਿਆ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲ ਲਾਤੀ।
मैं चातक की तरह तड़फ रहा हाँ, मैनू वो बूंद जड़ी है वो वाहिगुरु दे नाम दी, वो हर नाम दी, वो निरंकार रूपी बाणी दी बूंद मैनू प्राप्त होए। हर हर कृपा करो प्रभ अपनी, मुख देवो हर निमखाती। मेरे मूँह च वो निरंकार रूपी बाणी पाओ। ये बहुत ही महत्वपूर्ण है। मेरा वैद गुरु गोबिंदा, हर हर नाम औखद मुख देवे, जब काटे जम की फंदा। वाहिगुरु ने, गुरु नानक देव जी महाराज ने मेरे मूँह दे विच वैद की तरह, जिवें छोटे बच्चे नूं गोड़ के भी दवाई लेनी पैंदी है, ये सतगुर सच्चे पातशाह ने कृपा की। वो निरंकार रूपी जिहड़ा निरंकार सी, वो जोत रूप निरंकार सी, अपने मूँह चों कढ़िया और सिखां दे मूँह च पाया। हुण इत्थे एक बड़ा दिलचस्प जिहा एक मंजर बनदा है। वो जिहड़ी मूँह च गई है बाणी, सिखां दे मूँह च गई है, उन्हां दे मूँह चों भी निकलेगी। हुण बाणी तां निरंकार होएगी, ਜਿਹੜੇ भी कोई सिख वो बाणी पढ़ेगा वो निरंकार है, पर वो सिख गुरु नहीं होएगा। इस करके जे कोई पखंडी, जे कोई देहधारी, जे कोई होर वो अपने आप नूं समझना चाहे, ये अपने आप नूं धोखा देगा, बाकियां नूं तो नहीं की देना है। हुण जदों गुरु नानक देव जी ने ये बाणी कढ़ी, हुण वो जोत सी, और वो जोत जिहड़ी है गुरु नानक देव जी ने साहिब श्री गुरु अंगद देव जी महाराज टिकाई, और ये सिलसिला चलता गया। जोत जिहड़ी सी गुरु अर्जन माहे धरी, वो जोत धरी है, शरीर भी है और जोत भी है, ये दोनों का सुमेल हुंदा गया। हुण जदों ये सिलसिला हो के जोत ते जुगत, जोत ओहा जुगत साई सहकाया फेर पलटिए, जदों ये जोत गुरु गोबिंद सिंह साहब दे कोल आई, जोत और जुगत, वो शरीर भी गुरु है, जोत भी गुरु है। हुण इत्थे गुरु गोबिंद सिंह साहब ने एक बहुत ही विचित्र जिहड़ी है वो गल कीती है, जिन्हों गुरु साहब ने विचित्र नाटक भी किया है, जिहड़ा आम समझ नहीं आंदा, पर होले होले प्रगट भई सगले जुगंतर गुरु नानक की वडियाई। हुण भारत की सुप्रीम कोर्ट ने इहदे ते फैसला दिता है। जिहड़ा काम गुरु गोबिंद सिंह जी महाराज ने कीता, बड़ियां किताबां सी, बड़े ग्रंथ सी, पर वो जिहड़ी जोत सी, जिहड़ा शरीर सी और जोत सी, वो जोत साहिब श्री गुरु गोबिंद सिंह जी महाराज ने गुरु ग्रंथ साहिब जी दे विच टिका दित्ती। जिहड़ी वो निरंकार दी जोत, जिहड़ी गुरु नानक देव जी विच परा रूप विच आई, पशंती मधमा और बैखरी दे रूप विच आके दूसरे गुरु साहब, तीसरे गुरु साहब, और इस तरह करके गुरु गोबिंद सिंह साहब को जदों आई है, उन्होंने वो जोत जिहड़ी सी वो साहिब श्री गुरु ग्रंथ साहिब विच टिका दित्ती। इस करके कहा जाता अरदास विच भी, दसां पातशाहियां दी जोत, ये दसों पातशाहियां दी जोत है, जिहड़ी प्रतख जोत है, जिहड़ी साहिब श्री गुरु ग्रंथ साहिब जी विच है। इस करके जदों गुरु ग्रंथ साहिब दे दर्शन कीते जाण, इहदे अगे सिजदा कीता जाए, फिर ये केवल एक ग्रंथ नहीं है। हुण एक गल होर है, जोत लई भी भांडा चाहिदा, जोत नूं टिकाण लई भी एक दीवा चाहिदा, जी जोत नूं टिकाण लई शरीर चाहिदा, तां ही करके रोज़ पढ़िया जाता है, गुरु ग्रंथ जी मानियो प्रगट गुरां की दे। हुण ये जिहड़ी प्रगट गुरां की दे हो गई, और चूंकि एक हवाला छोटा जिहा देवां, साहिब श्री गुरु नानक देव जी महाराज बगदाद गए सी, उत्थे वो कहन लगे कि रब सब कुछ कर सकता, हर कुछ कर सकता। साहिब श्री गुरु नानक देव जी कहन लगे, मैं नहीं मनदा कि रब सब कुछ कर सकता। ये बड़ा वड्डा चैलेंज सी, बड़ा वड्डा एक किस्म का उन्हां दी फिलासफी दे उत्ते एक तनकीद सी। वो कहन लगे, बाबा तैनू दसना पेगा वो किहड़ी चीज़ है जिहड़ी रब चाहे तो नहीं पैदा कर सकता। वो कहन लगे, आँख उदाम से हस के खले पैदा नवे शब्द, वो किहड़ी चीज़ है जिहड़ी रब पैदा करनी चाहे तो ना पैदा कर सके। साहिब श्री गुरु नानक देव जी महाराज मुस्कुरा पे कहन लगे, जे रब चाहे एक रब होर पैदा कर लवे, वो नहीं कर सकता, नहीं कर सकेगा। एको है भाई, एको है साहिब मेरा एक, गुण एहो होर ना ही कोई, ना को हुआ ना को होए। हुण साहिब श्री गुरु ग्रंथ साहिब जी महाराज इहदा देव ही है, इहदे जोत भी है, पर हाड़ मास का शरीर नहीं है,
ਜਿਹੜਾ ਬਾਕੀ ਗੁਰੂ ਸਾਹਿਬ ਦਾ ਸੀ। ਇਸ ਕਰਕੇ ਜਿਵੇਂ ਰੱਬ ਦੀ ਵੀ ਇੱਕ ਲਿਮਿਟੇਸ਼ਨ ਹੈ, ਉਹ ਦੂਜਾ ਰੱਬ ਨਹੀਂ ਬਣਾ ਸਕਦਾ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਾਹ ਕੇ ਵੀ ਕੋਈ ਦੂਜਾ ਗੁਰੂ ਨਹੀਂ ਬਣਾ ਸਕਦੇ। ਇਹ ਜੋਤ ਕਿਤੇ ਹੋਰ ਨਹੀਂ ਜਾ ਸਕਦੀ। ਇਸ ਕਰਕੇ ਕਿਹਾ ਗਿਆ ਕਿ ਇਹ ਜੋਤ ਜੁਗੋ ਜੁਗ ਅਟਲ ਹੈ, ਇਹ ਜੁਗੋ ਜੁਗ ਅਟਲ ਹੈ। ਹੁਣ ਇੱਥੇ ਅਗਲਾ ਸਵਾਲ ਆਉਂਦਾ ਹੈ, ਹਿੰਦੁਸਤਾਨ ਵਿੱਚ ਇੱਕ ਮੁਕੱਦਮਾ ਹੋਇਆ, ਕੋਈ ਸੋਮਨਾਥ ਸੀ, ਔਰ ਆਮ ਤੌਰ ਦੇ ਉੱਤੇ ਖਾਸ ਕਰਕੇ ਪੂਰਬੀ ਭਾਰਤ ਦੇ ਵਿੱਚ ਬਹੁਤ ਗੁਰਦੁਆਰਾ ਸਾਹਿਬਾਨ ਹਨ, ਮੱਠ ਹਨ ਪੁਰਾਣੇ, ਜਿਨ੍ਹਾਂ ਦੇ ਵਿੱਚ ਮਾਲਕ ਦਾ, ਉਸ ਮੱਠ ਦੇ ਮਾਲਕ ਦਾ ਨਾਂ ਗੁਰੂ ਗ੍ਰੰਥ ਸਾਹਿਬ ਲਿਖਿਆ। ਉੱਥੇ ਦਰਜ ਹੈ ਮਾਲਕ ਗੁਰੂ ਗ੍ਰੰਥ ਸਾਹਿਬ ਹੈ, ਮਲਕੀਅਤ ਗੁਰੂ ਗ੍ਰੰਥ ਸਾਹਿਬ ਦੀ ਹੈ। ਇਸ ਕਰਕੇ ਅਸੀਂ ਆਮ ਕਈ ਵਾਰੀ ਗਲਤੀ ਵੀ ਕਰ ਜਾਂਦੇ ਹਾਂ, ਗੁਰਦੁਆਰਾ ਸਾਹਿਬ ਦਾ ਪ੍ਰਧਾਨ, ਗੁਰਦੁਆਰਾ ਸਾਹਿਬ ਦਾ ਪ੍ਰਧਾਨ ਨਹੀਂ, ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੋ ਸਕਦਾ ਹੈ। ਗੁਰਦੁਆਰਾ ਸਾਹਿਬ ਦਾ ਪ੍ਰਧਾਨ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੋਲੇ ਸੋ ਨਿਹਾਲ। ਸੋ ਉਹ ਮੁਕੱਦਮਾ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਿੱਦਾਂ ਕੋਈ ਜਾਇਦਾਦ ਰੱਖ ਸਕਦਾ ਹੈ? ਉਹ ਤਾਂ ਕੋਈ ਵਿਅਕਤੀ ਹੋਣਾ ਚਾਹੀਦਾ ਹੈ, ਉਹ ਤਾਂ ਪਰਸਨ ਹੋਣਾ ਚਾਹੀਦਾ ਹੈ। ਇਹ ਬੜੀ ਕਮਾਲ ਦੀ ਗੱਲ ਹੈ। ਜਿਵੇਂ ਮੈਂ ਸ਼ੁਰੂ 'ਚ ਕਿਹਾ, ਪ੍ਰਗਟ ਪਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ। ਸਮਾਂ ਆਏਗਾ, ਹੌਲੇ ਹੌਲੇ ਹੋਏਗਾ। ਸਾਨੂੰ ਕਦੋਂ ਸਮਝ ਆਏਗੀ, ਇਹਦੇ ਲਈ ਅਸੀਂ ਅਰਦਾਸ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਮੁਕੱਦਮਾ ਆਇਆ ਕਿ ਇਹ ਤਾਂ ਭਾਈ ਇਹ ਪਰਸਨ ਨਹੀਂ ਹੈ, ਸੁਪਰੀਮ ਕੋਰਟ ਨੇ ਕਿਹਾ ਕਿ ਮੂਰਤੀ ਜਿਹੜੀ ਹੁੰਦੀ ਹੈ ਉਹਨੂੰ ਜਿੱਥੇ ਮਰਜ਼ੀ ਤੁਸੀਂ ਲਗਾ ਦਿਓ, ਜੋ ਮਰਜ਼ੀ ਕਰ ਦਿਓ, ਘੜ ਕੇ, ਪਿੱਤਲ ਦੀ, ਸੋਨੇ ਦੀ, ਚਾਂਦੀ ਦੀ, ਪੱਥਰ ਦੀ, ਪਰ ਉਹਦੀ ਪੂਜਾ ਵੀ ਕਰਦੇ, ਸਭ ਕੁਝ ਹੈ, ਉਹਨੂੰ ਚਿੰਨ੍ਹ ਮੰਨਦੇ ਆ ਰੱਬ ਦਾ, ਪਰ ਆਪਣੇ ਇਸ਼ਟ ਦਾ। ਪਰ ਗੁਰੂ ਗ੍ਰੰਥ ਸਾਹਿਬ ਇਹ ਜੋ ਹੈ, ਇਹ ਗ੍ਰੰਥ ਹੈ, ਔਰ ਇਹ ਗ੍ਰੰਥ ਸੀ। ਮਗਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਕਹਿ ਦਿੱਤਾ, ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਬਾਅਦ ਗੁਰੂ ਹੈ, ਇਹ ਸੁਪਰੀਮ ਕੋਰਟ ਨੇ ਲਿਖਿਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰ ਦਿੱਤਾ ਕਿ ਇਹ ਤਾਂ ਗੁਰੂ ਹੈ, ਉਸ ਦਿਨ ਤੋਂ ਬਾਅਦ ਇਹ ਗੁਰੂ ਗ੍ਰੰਥ ਸਾਹਿਬ ਹੈ। ਇਹ ਜੁਰਿਸਡਿਕਲ ਪਰਸਨ ਹੈ, ਇਹ ਪ੍ਰਾਪਰਟੀ ਵੀ ਹੋਲਡ ਕਰ ਸਕਦਾ ਹੈ, ਇਹ ਇੱਕ ਲਿਵਿੰਗ ਪਰਸਨ ਹੈ। ਇਸ ਕਰਕੇ ਸੁਪਰੀਮ ਕੋਰਟ ਦਾ ਫੈਸਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਇੱਕ ਲਿਵਿੰਗ ਗੁਰੂ ਹੈ। ਹੁਣ ਇਹਦੀ ਦੇਹ ਵੀ ਹੈ ਗੁਰੂ ਗ੍ਰੰਥ ਸਾਹਿਬ ਦੀ। ਇਸ ਕਰਕੇ ਕਈ ਬੰਦੇ, ਨਾਸਤਕ ਬੰਦੇ ਖਾਸ ਕਰਕੇ ਭੁਲੇਖਾ ਪਾਉਣ ਦੀ ਕਰਦੇ ਆ, ਨਹੀਂ ਜੀ ਇਹ ਤਾਂ ਗਿਆਨ ਹੈ, ਇਹ ਤਾਂ ਕਿਤਾਬ ਹੈ, ਇਹਦੇ ਤੇ ਗਿਆਨ ਲੈਣਾ ਚਾਹੀਦਾ ਹੈ। ਵੱਖ-ਵੱਖ ਹੁਜਤਾਂ ਦਿੰਦੇ ਹੈ ਕਿ ਸ਼ਬਦ ਗੁਰੂ ਹੈ, ਗ੍ਰੰਥ ਗੁਰੂ ਨਹੀਂ ਹੈ। ਇਦਾਂ ਦੀਆਂ ਸਾਰੀਆਂ ਹੁਜਤਾਂ ਆਉਂਦੀਆਂ ਰਹਿਣਗੀਆਂ, ਪਰ ਜਿਹੜੀ ਗੱਲ ਹੈ ਉਹ ਸ਼ਬਦ ਵੀ, ਜੋਤ ਵੀ ਤੇ ਜੁਗਤ ਵੀ, ਇਹ ਦੋਨੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਉਸ ਤੋਂ ਬਾਅਦ ਉਹ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਇਜ਼ ਏ ਲਿਵਿੰਗ ਪਰਸਨ। ਹੁਣ ਅਗਲੀ ਲਾਈਨ, ਚੌਕੇ ਥਾਂ ਦੇ ਉੱਤੇ, ਵਕਤ ਦੇ ਉੱਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਹਯਾਤੀ ਵਿੱਚ, ਉਹਨਾਂ ਦੇ ਜੀਵਨ ਕਾਲ ਵਿੱਚ ਗੁਰੂ ਸਾਹਿਬ ਦੇ ਉੱਤੇ ਹਮਲੇ ਕੀਤੇ, ਹਮਲੇ ਹੋਏ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜੇਲ੍ਹ ਜਾਣਾ ਪਿਆ, ਚੱਕੀ ਪੀਸਣੀ ਪਈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦਿੱਤੇ ਗਏ। ਕਿਹੜਾ ਤਕਲੀਫ ਹੈ ਜਿਹੜੀ ਬਾਕੀ ਗੁਰੂ ਸਾਹਿਬਾਨ ਨੂੰ ਨਹੀਂ ਆਈ। ਪਰ ਇੱਕ ਚੀਜ਼ ਬੜੀ ਅਹਿਮ ਹੈ ਕਿ ਉਹ ਸਰੀਰ ਦੇ ਉੱਤੇ ਹਮਲੇ ਕਰਦੇ ਸੀ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਅਦ ਉਹ ਹਮਲੇ ਦਾ ਰੂਪ ਬਦਲੀ ਹੋਇਆ। ਮੁਗਲ ਕਾਲ ਵੇਲੇ ਜਦੋਂ ਜਸਪਤ ਤੇ ਲਖਤ ਵੇਲੇ ਸੀ, ਉਹਨਾਂ ਨੇ ਹੁਕਮ ਜਾਰੀ ਕਰ ਦਿੱਤਾ, ਅੱਜ ਤੋਂ ਬਾਅਦ ਕੋਈ ਗੁੜ ਲਫ਼ਜ਼ ਨਹੀਂ ਵਰਤੇਗਾ, ਕਿਉਂਕਿ ਗੁੜ ਕਹਿਣ ਦੇ ਨਾਲ ਗੁਰੂ ਦੀ ਯਾਦ ਆ ਜਾਂਦੀ ਹੈ। ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਨੂੰ ਤੋੜਨਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਸੀ। ਗੁੜ ਲਫ਼ਜ਼ ਨਹੀਂ ਵਰਤੋਗੇ, ਭੇਲੀ ਵਰਤੋਗੇ, ਗ੍ਰੰਥ ਨਹੀਂ ਕਹੋਗੇ, ਪੋਥੀ ਕਹੋਗੇ। ਹਾਲਾਂਕਿ ਗੁਰੂ ਸਾਹਿਬ ਨੇ ਕਿਹਾ ਪੋਥੀ ਪਰਮੇਸ਼ਰ ਦਾ ਥਾਨ, ਗੁਰੂ ਅਰਜਨ ਦੇਵ ਜੀ ਨੇ ਇਹ ਪੋਥੀ ਪਰਮੇਸ਼ਰ ਦਾ ਥਾਨ ਹੈ, ਪਰ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਕਹਿ ਦਿੱਤਾ। ਹੁਣ ਇਹ ਪੋਥੀ ਨਹੀਂ ਹੈ, ਇਹ ਕਿਤਾਬ ਨਹੀਂ ਹੈ, ਇਹ ਗ੍ਰੰਥ ਨਹੀਂ ਹੈ, ਇਹ ਗੁਰੂ ਗ੍ਰੰਥ ਸਾਹਿਬ। ਇਹ ਜਿਹੜੀ ਤਬਦੀਲੀ ਆਈ, ਫਿਰ ਉਹਦੇ ਬਾਅਦ ਇੱਕ ਹੋਰ ਬੜੀ ਧਿਆਨ ਦੇਣ ਵਾਲੀ ਗੱਲ ਹੈ ਕਿ ਅਸੈਂਬਲੀ ਨੇ ਇੱਕ ਕਾਨੂੰਨ ਪਾਸ ਕੀਤਾ, ਔਰ ਉਸ ਕਾਨੂੰਨ ਦਾ ਜਿਹੜਾ ਨਾਂ ਹੈ ਉਹੀ ਬੜਾ ਕਮਾਲ ਦਾ ਹੈ। ਉਹਦਾ ਨਾਂ ਹੈਗਾ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ 2008 ਦਾ। ਤੁਸੀਂ ਇਸ ਲਫ਼ਜ਼ ਤੋਂ ਅੰਦਾਜ਼ਾ ਲਾਓ ਕਿ ਉਹ ਜਿਹੜੇ ਬੰਦੇ ਜਿਹੜੇ ਉੱਥੇ ਕੰਮ ਕਰ ਰਹੇ ਹੈ, ਜਿਨ੍ਹਾਂ ਦੇ ਮਨ 'ਚ ਸੋਝੀ ਆਈ ਹੈ, ਖਾਲੀ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਿਆ, ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਸਤਕਾਰ ਐਕਟ।
ਔਰ ਉਹ ਜਿਹੜਾ ਸੀਗਾ ਉਹਨਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਉਹ ਰੂਪ ਦਿੱਤਾ ਔਰ ਉਹਦੇ ਵਿੱਚ ਇਹ ਕਿਹਾ ਕਿ ਇਹ ਤਾਂ ਸ਼ਬਦ ਹੈ, ਸਾਰੇ ਸੰਸਾਰ ਵਿੱਚ ਜਾਏ, ਜਿੱਥੇ ਮਰਜ਼ੀ ਜਾਏ, ਪਰ ਇਹਦੀ ਨਿਰਾਦਰੀ ਨਾ ਹੋਏ, ਬੇਹੁਰਮਤੀ ਨਾ ਹੋਏ, ਇਸ ਦੇ ਬਾਰੇ ਕੋਈ ਗਲਤ ਨਾ ਕਰੇ। ਇਸ ਕਰਕੇ ਇਹਦੀ ਨਿਗਰਾਨ ਲਈ ਉਹਨਾਂ ਨੇ ਇਹ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਦੇ ਅਧਿਕਾਰੀ ਕੋਈ ਹੋਰ ਹੋਣ, ਉਹਨਾਂ ਵਿੱਚੋਂ ਜਿਨ੍ਹਾਂ ਨੂੰ ਇਹ ਅਧਿਕਾਰ ਦੇਣ, ਉਹ ਇਹਦਾ ਕਰ ਸਕਦਾ ਹੈ। ਵੰਡਣਾ, ਛਾਪਣਾ, ਵੇਚਣਾ, ਸਾਰਾ ਕੁਝ। ਪਰ ਹਮਲਾ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ। ਆਰੀਆ ਸਮਾਜ ਨੇ ਜਦੋਂ ਪੰਜਾਬ ਵਿੱਚ ਗੱਲ ਸ਼ੁਰੂ ਕੀਤੀ, ਉਹਨਾਂ ਨੇ ਖੁੱਲ੍ਹੇਆਮ ਵੰਡਿਆ। नानक शाह फकीर ने नया चलाया पंथ, इधर उधर से जोड़कर लिख मारा एक ग्रंथ, पहले चेले कर लिए पीछे बदला भेस, सिर पर साफा बांध के रख लीने सब केस। दयानंद ने लिखा अपनी किताब सत्यार्थ प्रकाशित, कहता है उस समय जो छोटे मोटे जितनी किताबें थी उनको मिला करके एक ग्रंथ तैयार कर दिया, सिख उसको मूर्ति की तरह पूजते। ਪ੍ਰਿੰਸੀਪਲ ਸਤਬੀਰ ਸਿੰਘ ਬਹੁਤ ਸੋਹਣਾ ਕਹਿੰਦੇ ਜੇ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਰੁਮਾਲਾ ਚੁੱਕ ਕੇ ਦੇਖ ਲਿਆ, ਸਿਰਫ ਉਹਨੂੰ ਮੱਥਾ ਟੇਕ ਕੇ ਚਲੇ ਗਏ, ਜੇ ਉਹਦਾ ਸ਼ਬਦ ਨਹੀਂ ਸੁਣਿਆ, ਜੇ ਉਹਦੀ ਵਾਕ ਨਹੀਂ ਸੁਣਿਆ, ਕਹਿੰਦਾ ਜੇ ਤਾਂ ਖਾਲੀ ਇਹ ਕੀਤਾ ਫਿਰ ਤਾਂ ਉਹ ਸਿੱਖ ਜਿਹੜਾ ਮੂਰਤੀ ਪੂਜਾ ਹੈ, ਤੇ ਜੇਕਰ ਅਗਰ ਉਸ ਨੂੰ ਵਾਕ ਸੁਣ ਲਿਆ, ਸ਼ਬਦ ਸੁਣ ਲਿਆ, ਫਿਰ ਉਹ ਸ਼ਬਦ ਪੂਜਾ ਹੈ। ਇਹ ਸ਼ਬਦ ਪੂਜ ਤੇ ਮੂਰਤੀ ਪੂਜ ਵਿੱਚ ਇਹੀ ਫਰਕ ਹੈ। ਇਹ ਸਿਲਸਿਲਾ ਜਿਹੜਾ ਹੈ, ਇਸ ਕਰਕੇ ਬੜੀ ਮੁਖਤਸਰ ਜਿਹੜੀ ਹੈਗੀ ਹੈ ਬੇਨਤੀ ਹੈਗੀ ਹੈ ਕਿ ਇਸ ਨੂੰ ਅਸੀਂ ਸਮਝੀਏ। ਗੁਰੂ ਗ੍ਰੰਥ ਸਾਹਿਬ ਦਾ ਰੁਤਬਾ, ਗੁਰੂ ਗ੍ਰੰਥ ਸਾਹਿਬ ਦਾ ਉਹ ਸਤਕਾਰ ਜਿਹੜਾ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਸ਼ੁਰੂ ਹੋਇਆ, ਉਹ ਬਹੁਤ ਲੰਬੀਆਂ ਕਈ ਉਹਦੇ ਨਾਲ ਜੁੜੀਆਂ ਸਾਖੀਆਂ ਹਨ। ਪਰ ਮੁਖਤਸਰ ਇਹ ਹੈ ਕਿ ਜਦੋਂ ਅਸੀਂ ਆਈਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰ ਦੇ ਉੱਤੇ ਆਈਏ, ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋਈਏ, ਤਾਂ ਇੱਕ ਚੇਤੇ ਰੱਖੀਏ, ਅਸੀਂ ਕਿਸੇ ਗ੍ਰੰਥ ਨੂੰ ਨਹੀਂ ਮੱਥਾ ਟੇਕ ਰਹੇ, ਅਸੀਂ ਕਿਸੇ ਹੋਰ ਚੀਜ਼ ਨੂੰ ਨਹੀਂ ਟੇਕ ਰਹੇ। ਇਹ ਪ੍ਰਤੱਖ ਜਿਹੜੀ ਹੈ 10 ਗੁਰੂ ਸਾਹਿਬਾਨ ਦੀ ਆਪਣੀ ਜੋਤ ਹੈ, ਜਿਹੜੀ ਨਿਰੰਕਾਰ ਦੇ ਜੋਤ ਦੇ ਰੂਪ ਵਿੱਚ ਪ੍ਰਗਟ ਹੋਈ। ਇਹ ਗੱਲ 250 ਸਾਲ ਪਹਿਲੇ ਮੁਸਲਮਾਨਾਂ ਨੂੰ ਸਮਝ ਆ ਗਈ। ਨਜ਼ੀਰ ਅਕਬਰਾਬਾਦੀ ਲਖਨਊ ਦੇ ਰਹਿਣ ਵਾਲਾ ਸੀ, ਮੁਸਲਮਾਨ ਸੀ। ਜਦੋਂ ਪੰਜਾਬ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ ਤਾਂ ਨਜ਼ੀਰ ਅਕਬਰਾਬਾਦੀ 250 ਸਾਲ ਪਹਿਲੇ ਪੰਜਾਬ ਤੋਂ ਕਿੰਨੇ 100 ਮੀਲ ਦੂਰ ਉਹ ਲਿਖ ਰਿਹਾ है कहते नानक शाह जिन्हें वो पूरे हैं आगाह गुरु, मकसूद मुराद उम्मीद सभी, बरलाते हैं दिलखाह गुरु, नित लुत्फ करम से करते हैं हम लोगों का निर्वाह गुरु, इस बख्शिश के इस अजमत के हैं बाबा नानक शाह गुरु, सब सीस निवा अरदास करो और हरदम बोलो वाह। ਅੱਜ ਦੇ ਟਾਈਮ ਵਿੱਚ ਇਸ ਦੀ ਲੋੜ ਹੋਰ ਵੱਧ ਹੋ ਗਈ ਹੈ। ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਪ੍ਰਤੱਖ ਗੁਰੂ ਪ੍ਰਤੱਖ ਜਾਗਤ ਜੋਤ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੈਸੇ ਵੀ ਹਾਜ਼ਰੀ ਵਿੱਚ ਸਹੀ ਨੂੰ ਗਲਤ ਕਹਿਣਾ, ਨਿੰਦਾ ਔਰ ਉਸਤਤ ਦੋਨਾਂ ਤੋਂ ਬਚਣਾ ਚਾਹੀਦਾ। ਇਹ ਬਹੁਤ ਮਾੜੀ ਚੀਜ਼ ਹੈ, ਨਿੰਦਾ ਔਰ ਉਸਤਤ। ਕਿਸੇ ਸਹੀ ਗੱਲ ਨੂੰ ਗਲਤ ਕਹਿਣਾ ਇਹ ਬਹੁਤ ਵੱਡੀ ਨਿੰਦਾ ਹੈ, ਬਹੁਤ ਵੱਡਾ ਵਜਰ ਪਾਪ ਹੈ। ਪਰ ਗਲਤ ਨੂੰ ਸਹੀ ਕਹਿਣਾ ਇਹ ਉਸਤਤ ਹੈ। ਜਦੋਂ ਦੁਸ਼ਮਣ ਨੇ ਹਮਲਾ ਕੀਤਾ ਉਹਨੂੰ ਸਿੱਖਾਂ ਨੇ ਬਰਦਾਸ਼ਤ ਕਰ ਲਿਆ, ਸਿੱਖਾਂ ਨੇ ਉਹਦਾ ਮੁਕਾਬਲਾ ਕਰ ਲਿਆ। ਪਰ ਅੱਜ ਇਸ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿੱਖੀ ਰੂਪ ਵਿੱਚ ਹਮਲਾ ਹੋ ਰਿਹਾ, ਸਿੱਖ ਰੂਪ ਧਾਰ ਕੇ ਹਮਲਾ ਹੋ ਰਿਹਾ। ਪੂਰੇ ਦੇ ਪੂਰੇ ਮਿਸ਼ਨਰੀ ਗਰੁੱਪ ਮਿਲ ਕੇ, ਜਿਨ੍ਹਾਂ ਵਿੱਚ ਜਾਚਕ ਕੇਵਲ ਸਿੰਘ ਤੇ ਮਨਜੀਤ ਸਿੰਘ ਤੇ ਸਿੱਖਰੀ ਵਾਲੇ, ਉਹਨਾਂ ਨੇ ਇੱਕ ਜਿਹਾਦ ਛੇੜਿਆ। ਉਹ ਕਹਿ ਰਹੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਵਰਸ਼ਨ ਦਿਆਂਗੇ, ਗਲਤ ਹੈਗਾ। ਲਿਖ ਕੇ ਛਾਪ ਕੇ ਵੰਡਿਆ, ਵੇਚ ਰਹੇ ਹੈ, ਸਾਈਟ ਤੇ ਪਾ ਰਹੇ ਹੈ, ਜਿਹਦੇ ਵਿੱਚੋਂ ਤਤਕਰਾ ਹਟਾ ਦਿੱਤਾ। 1430 ਦੀ ਬਜਾਏ 1429 ਤੇ ਖਤਮ ਕਰ ਦਿੱਤਾ। ਵਰਕੇ ਖਾਲੀ ਛੱਡ ਕੇ ਖਾਲੀ ਵਰਕੇ ਤੇ ਰਾਗਮਾਲਾ ਦੇ ਦਿੱਤੀ। ਸਾਰੀਆਂ ਮਾਤਰਾ ਜਿਹੜੀਆਂ ਬਦਲੀ ਕਰ ਦਿੱਤੀਆਂ। ਹੁਣ ਦੇ ਲਫ਼ਜ਼ ਹੈ, ਦੇ ਨੂੰ ਅਗਰ ਸਿਹਾਰੀ ਲੱਗ ਜਾਏ ਉਹਦਾ ਮਤਲਬ ਕੁਝ ਹੋਰ ਹੋ ਜਾਏਗਾ, ਔਂਕੜ ਲੱਗ ਜਾਏ ਹੋਰ ਹੋ ਜਾਏਗਾ, ਮੁਕਤਾ ਲੱਗ ਜਾਏ ਹੋਰ ਹੋ ਜਾਏਗਾ। ਪਰ ਉਹਨਾਂ ਨੇ ਸਾਰੀਆਂ ਹਟਾ ਦਿੱਤੀਆਂ ਮਾਤਰਾਵਾਂ। ਸਿੱਖ ਰਹਿਤ ਮਰਿਆਦਾ 'ਚ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗਿਆਂ ਮਾਤਰਾ ਦਾ ਧਿਆਨ ਰੱਖਿਆ ਜਾਏ, ਉਹਦਾ ਅਰਥ ਬਦਲੀ ਹੋ ਜਾਏਗਾ। ਇਹ ਉਸ ਨੂੰ ਖਤਮ ਕਰਨਾ ਚਾਹੁੰਦੇ ਆ। ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਸ ਸਦੀ ਦਾ ਸਭ ਤੋਂ ਵੱਡਾ ਹਮਲਾ, ਔਰ ਇਹ ਹਮਲਾ ਅਮਰੀਕਾ ਦੀ ਧਰਤੀ ਤੋਂ ਸ਼ੁਰੂ ਹੋਇਆ। ਉਹਨਾਂ ਲੋਕਾਂ ਨੇ ਪਹਿਲਾਂ ਆਪਣੇ ਗੁਰਦੁਆਰੇ ਬਣਾਏ, ਜਿਹਨੂੰ ਗੁਰਦੁਆਰਾ ਕਹਿਣਾ ਵੀ ਚਾਹੀਦਾ ਕਿ ਨਹੀਂ,
ਔਰ ਉਹਦੇ ਬਾਅਦ ਉਹਨਾਂ ਨੇ ਕੰਮ ਸ਼ੁਰੂ ਕੀਤੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਬਾਬਾ ਰਾਮ ਰਾਏ ਨੇ ਇੱਕ ਅੱਖਰ ਬਦਲੀ ਕੀਤਾ ਸੀ, ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕੀਤਾ। ਘਰ ਦੇ ਵਿੱਚ ਹੀ ਗੱਲ ਨਹੀਂ ਰੱਖੀ, ਉਹਨਾਂ ਨੇ ਖੁੱਲ੍ਹੇਆਮ ਜਿਹੜਾ ਹੈ ਸਾਰੀ ਸੰਗਤ ਨੂੰ ਕਿਹਾ, ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ, ਇਹਨਾਂ ਦੀ ਸੰਗਤ ਨਾ ਬੈਸੋ। ਹਾਲਾਂਕਿ ਘਰ ਦੇ ਵਿੱਚ ਹੀ ਸਮਝਾ ਸਕਦੇ ਸੀ, ਪਰ ਕੁਝ ਚੀਜ਼ਾਂ ਸਮਝਾਈਆਂ ਨਹੀਂ ਜਾ ਸਕਦੀਆਂ, ਸਮਝਾਈਆਂ ਨਹੀਂ ਜਾ ਸਕਦੀਆਂ। ਜੇ ਸਮਝਾਈਆਂ ਜਾ ਸਕਦੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਔਰੰਗਜ਼ੇਬ ਨੂੰ ਸਮਝਾ ਲੈਂਦੇ। ਜੇ ਸਮਝਾਈਆਂ ਜਾ ਸਕਦੀਆਂ ਤਾਂ ਉਹ ਫਿਰ ਕ੍ਰਿਸ਼ਨ ਮਹਾਰਾਜ ਕੰਸ ਨੂੰ ਸਮਝਾ ਦਿੰਦੇ, ਰਾਮਚੰਦਰ ਰਾਵਣ ਨੂੰ ਸਮਝਾ ਦਿੰਦੇ। ਹੁਜਤ ਦਾ ਜਵਾਬ ਨਹੀਂ ਹੋ ਸਕਦਾ। ਹੁਜਤ ਦਾ ਜਵਾਬ ਕਿਵੇਂ ਦੇਣਾ ਹੈ? ਸਿੱਖਾਂ ਨੇ ਇਸ ਨਵੇਂ ਹਮਲੇ ਦੇ ਉੱਤੇ ਕਿਵੇਂ ਕਾਰਗਰ ਹੋਣਾ ਹੈ, ਕਿਵੇਂ ਇਸ ਨੂੰ ਮੁਕਾਬਲਾ ਕਰਨਾ ਹੈ? ਤੁਸੀਂ ਉਹ ਸਾਰੀਆਂ ਦੇਖ ਲਓ, ਲਗਾਤਾਰ ਇੱਕ ਤੋਂ ਇੱਕ ਬਾਅਦ ਇੱਕ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਬਣਾ ਕੇ ਉਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇੱਕ ਨਵਾਂ ਹਮਲਾ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਦੇ ਹਾਂ, ਪਰ ਜੇ ਸਿਜਦਾ ਕਰਦੇ ਹਾਂ ਉਹ ਪ੍ਰਤੱਖ ਗੁਰੂ ਸਮਝਦੇ ਹਾਂ। ਤੇ ਜਿਨ੍ਹਾਂ ਲੋਕਾਂ ਨੇ ਖਾਲੀ ਬਿੰਦੀਆਂ ਮਾਤਰਾਵਾਂ ਲਗਾਈਆਂ, ਉਹ ਉਹਨਾਂ ਨੇ ਤੀਰ ਚੁਭਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ, ਉਸ ਦੇਹ ਦੇ ਉੱਤੇ। ਔਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ, ਜਦੋਂ ਤੀਰ ਚੁੱਭੇ ਫਿਰ ਮੈਨੂੰ ਹੋਇਆ। ਪਰ ਹੁਣ ਤਾਂ ਇਹ ਲੋਕ, ਇਹ ਸਾਰਾ ਮਿਸ਼ਨਰੀ ਲਾਣਾ ਇਕੱਠਾ ਹੋ ਕੇ ਮਹੰਤ ਨਾਰਾਇਣੂ ਦੀ ਤਰ੍ਹਾਂ ਛਵੀਆਂ, ਟੋਕੇ, ਗੰਡਾਸੇ ਲੈ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੱਢਣ ਟੁੱਕਣ ਤੁਰ ਪਏ। ਸਿੱਖ ਦਾ ਫਰਜ਼ ਕੀ ਹੈ, ਉਹ ਉਸਨੇ ਆਪ ਦੇਖਣਾ ਹੈ। ਅਖੀਰ ਦੇ ਵਿੱਚ ਮੈਂ ਪੰਥਕ ਕਵੀ ਤੇਜਾ ਸਿੰਘ ਦੀਆਂ ਲਾਈਨਾਂ ਹਨ ਕਿ ਨਿਸ਼ਾਨ ਸਾਹਿਬ ਦੀ ਸ਼ਾਨ ਹੈ ਕਹਿੰਦੀ, ਸਿੰਘਾਂ ਦੀ ਕਿਰਪਾਨ ਹੈ ਕਹਿੰਦੀ, ਸੰਗਤ ਕਰਕੇ ਮਾਣ ਹੈ ਕਹਿੰਦੀ, ਬੂਟਾ ਲਾਇਆ ਲਹੂ ਹੰਗਾਲ, ਜੋ ਬੋਲੇ ਸੋ ਹੋਵੇ ਨਿਹਾਲ, ਪੰਥ ਦਾ ਰਾਖਾ ਪੁਰਖ ਅਕਾਲ, ਸਿੱਖ ਦੀ ਹਸਤੀ ਪੰਥ ਦੇ ਨਾਲ, ਪੰਥ ਜੀਵੇ ਗੁਰੂ ਗ੍ਰੰਥ ਦੇ ਨਾਲ। ਸੋ ਇਹ ਬੇਨਤੀਆਂ ਹੈਗੀਆਂ। ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਦੋਂ ਮੱਥਾ ਟੇਕੀਏ, ਅਸੀਂ ਇਹ ਧਿਆਨ ਧਰੀਏ ਕਿ ਇਹ ਪ੍ਰਤੱਖ ਅਕਾਲ ਪੁਰਖ ਸਾਡੇ ਸਾਹਮਣੇ ਹੈ। ਫਿਰ ਉਸ ਤੋਂ ਬਾਅਦ ਸਾਨੂੰ ਕੋਈ ਆਦੀ ਵਿਆਦੀ ਉਪਾਧੀ ਸਾਡੇ ਨੇੜੇ ਨਹੀਂ ਆਏਗੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕ ਕਮੇਟੀ ਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਭਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।